ਪਿਆਰੇ ਬੱਚਿਓ, 8ਵੀਂ ਕਲਾਸ ਦੀ ਸਮਾਜਿਕ ਸਿੱਖਿਆ ਦੇ ਰੋਜ਼ਾਨਾ ਅਸਾਈਨਮੈਂਟ ਇਸਤਰੀਆਂ ਅਤੇ ਸੁਧਾਰ ਪਾਠ ਦੇ ਨਾਲ ਸੰਬੰਧਿਤ ਆ। ਮਿਤੀ 3 ਅਕਤੂਬਰ 2020 ਦੀ। ਪਾਠ 17ਵਾਂ ਆ। ਪਰਮਹੰਸ ਸਭਾ। 19ਵੀਂ ਸਦੀ ਵਿੱਚ ਮਹਾਰਾਸ਼ਟਰ ਦੇ ਸਮਾਜ ਸੁਧਾਰਕਾਂ ਨੇ ਸਮਾਜ ਵਿੱਚ ਜਾਗਰਤੀ ਲਿਆਉਣ ਲਈ ਅੰਦੋਲਨ ਸ਼ੁਰੂ ਕੀਤੇ। 1849 ਈਸਵੀ ਵਿੱਚ ਪਰਮਹੰਸ ਮੰਡਲੀ ਦੀ ਸਥਾਪਨਾ ਕੀਤੀ ਗਈ। ਇਸ ਨੇ ਬੰਬਈ, ਜੋ ਕਿ ਅੱਜ ਕੱਲ੍ਹ ਉਹਦਾ ਨਾਂ ਹੈਗਾ ਮੁੰਬਈ, ਵਿੱਚ ਧਾਰਮਿਕ ਸਮਾਜਿਕ ਸੁਧਾਰ ਅੰਦੋਲਨ ਸ਼ੁਰੂ ਕੀਤੇ। ਇਸ ਦਾ ਮੁੱਖ ਉਦੇਸ਼ ਮੂਰਤੀ ਪੂਜਾ ਅਤੇ ਜਾਤੀ ਪ੍ਰਥਾ ਦਾ ਵਿਰੋਧ ਕਰਨਾ ਸੀ। ਇਸ ਸਭਾ ਨੇ ਇਸਤਰੀ ਸਿੱਖਿਆ ਦੇ ਲਈ ਕਈ ਸਕੂਲਾਂ ਦੀ ਸਥਾਪਨਾ ਕੀਤੀ। ਮਹਾਤਮਾ ਜੋਤੀਬਾ ਫੂਲੇ। ਮਹਾਤਮਾ ਜੋਤੀਬਾ ਫੂਲੇ ਨੇ ਇਸਤਰੀਆਂ ਦੀ ਹਾਲਤ ਸੁਧਾਰਨ ਲਈ ਨੀਵੀਂ ਜਾਤੀ ਦੀਆਂ ਲੜਕੀਆਂ ਲਈ ਪੂਨੇ ਵਿਖੇ ਇੱਕ ਸਕੂਲ ਖੋਲ੍ਹਿਆ। ਉਹਨਾਂ ਨੇ ਵਿਧਵਾ ਇਸਤਰੀਆਂ ਦੀ ਦਸ਼ਾ ਸੁਧਾਰਨ ਦੀ ਕੋਸ਼ਿਸ਼ ਕੀਤੀ। 1856 ਈਸਵੀ ਵਿੱਚ ਸਰਕਾਰ ਦੁਆਰਾ ਵਿਧਵਾ ਪੁਨਰ ਵਿਆਹ ਐਕਟ ਪਾਸ ਕੀਤਾ ਗਿਆ। ਉਹਨਾਂ ਨੇ ਵਿਧਵਾ ਇਸਤਰੀਆਂ ਦੇ ਬੱਚਿਆਂ ਲਈ ਇੱਕ ਸਕੂਲ ਵੀ ਖੋਲ੍ਹਿਆ। ਗੋਪਾਲ ਹਰੀ ਦੇਸ਼ਮੁਖ। ਗੋਪਾਲ ਹਰੀ ਦੇਸ਼ਮੁਖ ਇੱਕ ਹੋਰ ਸਮਾਜ ਸੁਧਾਰਕ ਸਨ, ਜਿਹੜੇ ਕਿ ਲੋਕ ਹਿਤਕਾਰੀ ਦੇ ਨਾਂ ਨਾਲ ਪ੍ਰਸਿੱਧ ਸਨ। ਉਹਨਾਂ ਨੇ ਸਮਾਜਿਕ ਬੁਰਾਈਆਂ ਦਾ ਖੰਡਨ ਕੀਤਾ। ਪ੍ਰਾਰਥਨਾ ਸਭਾ, ਪ੍ਰਾਰਥਨਾ ਸਮਾਜ। 1867 ਈਸਵੀ ਵਿੱਚ ਮਹਾਰਾਸ਼ਟਰ ਵਿੱਚ ਪ੍ਰਾਰਥਨਾ ਸਮਾਜ ਦੀ ਸਥਾਪਨਾ ਕੀਤੀ। ਮਹਾਦੇਵ ਗੋਬਿੰਦ ਰਾਨਾਡੇ ਅਤੇ ਰਾਮ ਕ੍ਰਿਸ਼ਨ ਗੋਪਾਲ ਭੰਡਾਰਕਰ ਇਸ ਸਮਾਜ ਦੇ ਪ੍ਰਸਿੱਧ ਆਗੂ ਸਨ। ਉਹਨਾਂ ਨੇ ਜਾਤੀ ਪ੍ਰਥਾ, ਬਾਲ ਵਿਆਹ ਦਾ ਵਿਰੋਧ ਕੀਤਾ। ਉਹ ਵਿਧਵਾ ਪੁਨਰ ਵਿਆਹ ਦੇ ਪੱਖ ਵਿੱਚ ਸਨ ਅਤੇ ਉਹਨਾਂ ਨੇ ਵਿਧਵਾ ਵਿਆਹ ਸੰਘ ਦੀ ਸਥਾਪਨਾ ਕੀਤੀ। ਉਹਨਾਂ ਨੇ ਹੋਰ ਸਥਾਨਾਂ 'ਤੇ ਸਿੱਖਿਆ ਸੰਸਥਾਵਾਂ ਅਤੇ ਅਨਾਥ ਆਸ਼ਰਮ ਖੋਲ੍ਹੇ। ਉਹਨਾਂ ਦੇ ਯਤਨਾਂ ਕਰਕੇ 1884 ਈਸਵੀ ਵਿੱਚ ਦੱਖਣ ਸਿੱਖਿਆ ਸੁਸਾਇਟੀ ਦੀ ਸਥਾਪਨਾ ਕੀਤੀ ਗਈ, ਜਿਸ ਨੇ ਪੂਨਾ ਵਿੱਚ ਦੱਖਣ ਕਾਲਜ ਦੀ ਸਥਾਪਨਾ ਕੀਤੀ। ਸੋ ਇਹ ਸਾਰੇ ਕੰਮ ਇਸਤਰੀਆਂ ਦੀ ਦਸ਼ਾ ਨੂੰ ਸੁਧਾਰਨ ਲਈ ਕੀਤੇ ਗਏ। ਇਹਦੇ ਨਾਲ ਸੰਬੰਧਿਤ ਪ੍ਰਸ਼ਨ ਨੇ। ਪਹਿਲਾ, ਸਮਾਜ ਸੁਧਾਰ ਲਈ 1849 ਈਸਵੀ ਵਿੱਚ ਕਿਹੜੀ ਮੰਡਲੀ ਦੀ ਸਥਾਪਨਾ ਕੀਤੀ ਗਈ? ਤਾਂ ਉਹਦਾ ਨਾਮ ਸੀ ਪਰਮਹੰਸ ਮੰਡਲੀ। 1856 ਈਸਵੀ ਵਿੱਚ ਸਰਕਾਰ ਨੇ ਕਿਹੜਾ ਐਕਟ ਪਾਸ ਕੀਤਾ? ਪੁਨਰ ਵਿਆਹ ਐਕਟ। ਅਸਲ 'ਚ ਇਹ ਲਿਖਣਾ ਹੈ ਵਿਧਵਾ ਪੁਨਰ ਵਿਆਹ ਐਕਟ। ਜਿਹੜੀ ਔਰਤ ਵਿਧਵਾ ਹੋ ਜਾਂਦੀ ਸੀ, ਸਮਾਜ ਵਿੱਚ ਉਸ ਨੂੰ ਵਿਆਹ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਸੀ, ਪਰ 1856 ਵਿੱਚ ਸਰਕਾਰ ਨੇ ਇੱਕ ਐਕਟ ਪਾਸ ਕਰ ਲਿਆ ਵੀ ਜੇਕਰ ਕੋਈ ਵਿਧਵਾ ਦੁਬਾਰਾ ਵਿਆਹ ਕਰਾਉਣਾ ਚਾਹੁੰਦੀ ਹੈ ਤਾਂ ਉਹ ਕਰਾ ਸਕਦੀ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਤਾਂ ਬੱਚੋ ਉੱਤਰ ਇਹਦਾ ਪੁਨਰ ਵਿਆਹ ਐਕਟ ਨਹੀਂ ਲਿਖਣਾ, ਤੁਸੀਂ ਪੁਨਰ ਤੋਂ ਪਹਿਲਾਂ ਵਿਧਵਾ ਵੀ ਨਾਲ ਲਿਖਣਾ ਹੈ, ਉਹ ਮਿਸ ਕਰ ਗਿਆ ਆ, ਰਹਿ ਗਿਆ। ਥਰਡ ਕੁਐਸਚਨ ਹੈ, ਦੱਖਣ ਸਿੱਖਿਆ ਸੁਸਾਇਟੀ ਦੀ ਸਥਾਪਨਾ ਕਦੋਂ ਕੀਤੀ ਗਈ? 1884 ਈਸਵੀ ਵਿੱਚ ਦੱਖਣ ਸਿੱਖਿਆ ਸੁਸਾਇਟੀ ਦੀ ਸਥਾਪਨਾ ਕੀਤੀ ਗਈ। ਸੋ ਇਹ ਪ੍ਰਸ਼ਨ ਸੀ। ਖਾਲੀ ਥਾਵਾਂ ਨੇ। ਡੈਸ਼ ਵਿੱਚ ਧਾਰਮਿਕ ਸਮਾਜਿਕ ਸੁਧਾਰ ਅੰਦੋਲਨ ਸ਼ੁਰੂ ਕੀਤੇ ਗਏ। 1849 ਈਸਵੀ ਵਿੱਚ ਧਾਰਮਿਕ ਸਮਾਜਿਕ ਸੁਧਾਰ ਅੰਦੋਲਨ ਸ਼ੁਰੂ ਕੀਤੇ ਗਏ। ਗੋਪਾਲ ਹਰੀ ਦੇਸ਼ਮੁਖ ਡੈਸ਼ ਸੁਧਾਰਕ ਸਨ, ਸਮਾਜ ਸੁਧਾਰਕ ਸਨ। ਪੂਨਾ ਵਿਖੇ ਡੈਸ਼ ਕਾਲਜ ਦੀ ਸਥਾਪਨਾ ਕੀਤੀ ਗਈ। ਦੱਖਣ ਸਿੱਖਿਆ ਸੁਸਾਇਟੀ ਦੀ ਸਥਾਪਨਾ ਕੀਤੀ ਗਈ। ਸਹੀ ਤੇ ਗਲਤ ਨੇ। ਪਰਮਹੰਸ ਸਭਾ ਨੇ ਇਸਤਰੀ ਸਿੱਖਿਆ ਦੇ ਲਈ ਕਈ ਸਕੂਲ ਖੋਲ੍ਹੇ। ਸਹੀ ਆ। ਗੋਪਾਲ ਹਰੀ ਦੇਸ਼ਮੁਖ ਇੱਕ ਰਾਜਨੇਤਾ ਨਹੀਂ ਸਨ, ਇੱਕ ਸਮਾਜ ਸੁਧਾਰਕ ਸਨ, ਇਸ ਕਰਕੇ ਇਹ ਗਲਤ ਆ। ਸੋ ਬੱਚਿਓ, 3 ਪ੍ਰਸ਼ਨ ਹੇਠਾਂ ਦਿੱਤੇ ਗਏ, ਇਹਨਾਂ ਦੇ ਪਾਠ ਅਸੀਂ ਪੜ੍ਹ ਚੁੱਕੇ ਹਾਂ, ਪਰ ਇਹਨਾਂ ਨਾਲ ਸੰਬੰਧਿਤ ਪ੍ਰਸ਼ਨ ਅਸੀਂ ਇਹ ਵਾਲੇ ਨਹੀਂ ਕੀਤੇ। ਇਸ ਕਰਕੇ ਹੁਣ ਸਾਨੂੰ ਇੰਪੋਰਟੈਂਟ ਪ੍ਰਸ਼ਨ ਹਰ ਰੋਜ਼ ਅਸਾਈਨਮੈਂਟ ਵਿੱਚ ਭੇਜੇ ਜਾ ਰਹੇ, ਜਿਹੜੇ ਅਸੀਂ ਆਪਣੀ ਕਾਪੀ 'ਤੇ ਨੋਟ ਕਰਨੇ ਆ। ਵੱਡੇ ਪ੍ਰਸ਼ਨ ਨੇ 50 ਤੋਂ 60 ਸ਼ਬਦਾਂ ਦੇ, 3 ਨੰਬਰਾਂ ਵਾਲੇ। ਇੱਕ ਇੱਕ ਕਰਕੇ ਦੇਖਦੇ ਹਾਂ। ਪਹਿਲਾ ਆ, ਵਿਕਸਿਤ ਅਤੇ ਸੰਭਾਵਿਤ ਸਾਧਨਾਂ ਨੂੰ ਉਦਾਹਰਨਾਂ ਸਹਿਤ ਸਮਝਾਓ। ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ, ਉਹਨਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ। ਦੂਜੇ ਪਾਸੇ ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ, ਉਹਨਾਂ ਨੂੰ ਸੰਭਾਵਿਤ ਸਾਧਨ ਕਹਿੰਦੇ ਹਨ। ਪਹਾੜਾਂ ਤੋਂ ਉਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ
ਇੱਕ ਸੰਭਾਵਿਤ ਸਾਧਨ ਹਨ। ਜਦੋਂ ਨਦੀਆਂ ਦੇ ਇਸ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤਾਂ ਪਾਣੀ ਵਿਕਸਿਤ ਸਾਧਨ ਅਖਵਾਉਂਦਾ ਹੈ। ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਸੰਭਾਵਿਤ ਸਾਧਨ ਹੈ, ਜਦੋਂ ਕਿ ਵਰਤਿਆ ਜਾ ਰਿਹਾ ਕੋਲਾ ਇੱਕ ਵਿਕਸਿਤ ਸਾਧਨ ਕਹਿਲਾਉਂਦਾ ਹੈ। ਸੋ ਇਹ ਇਹਨਾਂ 'ਚ ਫਰਕ ਹੈ ਵੀ ਵਿਕਸਿਤ ਅਤੇ ਸੰਭਾਵਿਤ ਸਾਧਨ ਕਿਹੜੇ ਨੇ। ਦੂਸਰਾ ਪ੍ਰਸ਼ਨ ਹੈ, ਸਰਕਾਰੀ ਦਸਤਾਵੇਜ਼ਾਂ 'ਤੇ ਨੋਟ ਲਿਖੋ। ਸਰਕਾਰੀ ਦਸਤਾਵੇਜ਼ ਭਾਰਤੀ ਆਧੁਨਿਕ ਕਾਲ ਦਾ ਇੱਕ ਮਹੱਤਵਪੂਰਨ ਸਰੋਤ ਹਨ। ਲੋੜ ਲਿਖਿਆ ਆ ਸਰੋਤ ਹਨ। ਇਹਨਾਂ ਦਾ ਅਧਿਐਨ ਕਰਨ ਨਾਲ ਸਾਨੂੰ ਵੱਖ-ਵੱਖ ਭਾਰਤੀ ਤਾਕਤਾਂ ਅਤੇ ਵਿਦੇਸ਼ੀ ਤਾਕਤਾਂ ਦੇ ਆਪਸੀ ਵਿਹਾਰ ਅਤੇ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਭਾਰਤੀ ਤਾਕਤਾਂ ਨੂੰ ਆਪਣੇ ਅਧੀਨ ਕੀਤਾ ਬਾਰੇ ਜਾਣਕਾਰੀ ਮਿਲਦੀ ਹੈ। ਇਹਨਾਂ ਸਰਕਾਰੀ ਦਸਤਾਵੇਜ਼ਾਂ ਤੋਂ ਸਾਨੂੰ ਅੰਗਰੇਜ਼ਾਂ ਦੁਆਰਾ ਭਾਰਤੀ ਲੋਕਾਂ ਦੇ ਆਰਥਿਕ ਸ਼ੋਸ਼ਣ ਕਰਨ ਸੰਬੰਧੀ ਵੀ ਜਾਣਕਾਰੀ ਮਿਲਦੀ ਹੈ। ਸੋ ਇਹ ਸਰਕਾਰੀ ਦਸਤਾਵੇਜ਼ ਉਹ ਹਨ ਜੋ ਪੱਤਰ ਅੰਗਰੇਜ਼ਾਂ ਨੇ ਭਾਰਤੀ ਰਾਜਿਆਂ ਨੂੰ ਜਾਂ ਇਹਨਾਂ ਨੇ ਉਹਨਾਂ ਨੂੰ ਲਿਖੇ ਆ ਜਾਂ ਕੋਈ ਡਾਕੂਮੈਂਟ ਰੱਖੇ ਗਏ। ਇਹ ਸਾਰੇ ਸਾਡੇ ਇਤਿਹਾਸ ਦੇ ਮੁੱਖ ਸਰੋਤ ਹਨ। ਭਾਰਤ 'ਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ। ਨਿਆਂਪਾਲਿਕਾ ਨੂੰ ਹੇਠ ਲਿਖੇ ਕਾਰਨਾਂ ਕਰਕੇ ਸਰਵੋੱਚ ਅਤੇ ਨਿਰਪੱਖ ਬਣਾਇਆ ਗਿਆ ਹੈ। ਲੋਕਤੰਤਰ ਵਿੱਚ ਨਾਗਰਿਕਾਂ ਨੂੰ ਅਨੇਕਾਂ ਅਧਿਕਾਰ ਅਤੇ ਸੁਤੰਤਰਤਾਵਾਂ ਪ੍ਰਾਪਤ ਹੁੰਦੀਆਂ ਹਨ। ਜੋ ਨਿਆਂਪਾਲਿਕਾ ਸਰਵੋੱਚ ਅਤੇ ਨਿਰਪੱਖ ਹੋਵੇਗੀ ਤਾਂ ਹੀ ਨਾਗਰਿਕਾਂ ਦੇ ਅਧਿਕਾਰ ਅਤੇ ਸੁਤੰਤਰਤਾਵਾਂ ਸੁਰੱਖਿਅਤ ਰਹਿ ਸਕਦੀਆਂ ਹਨ। ਦੂਸਰਾ, ਸੰਘਾਤਮਕ ਰਾਜਾਂ ਵਿੱਚ ਕੇਂਦਰ ਅਤੇ ਪ੍ਰਾਂਤਾਂ ਵਿਚਕਾਰ ਸ਼ਕਤੀਆਂ ਦੀ ਵੰਡ ਹੁੰਦੀ ਹੈ। ਨਿਆਂਪਾਲਿਕਾ ਇਹ ਦੇਖਦੀ ਹੈ ਵੀ ਕੇਂਦਰ ਪ੍ਰਾਂਤਾਂ ਦੇ ਅਧਿਕਾਰ ਖੇਤਰ ਵਿੱਚ ਕੋਈ ਦਖਲਅੰਦਾਜ਼ੀ ਨਾ ਦੇਵੇ। ਤੀਸਰਾ, ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਆ ਅਤੇ ਵਿਆਖਿਆ ਦਾ ਅਧਿਕਾਰ ਹੁੰਦਾ ਹੈ। ਜੇ ਇਹ ਸਰਵੋੱਚ ਅਤੇ ਨਿਰਪੱਖ ਨਹੀਂ ਹੋਵੇਗੀ ਤਾਂ ਵਿਧਾਨ ਮੰਡਲ ਦੁਆਰਾ ਬਣਾਏ ਗਏ ਕਾਨੂੰਨ ਜਾਂ ਕਾਰਜਪਾਲਿਕਾ ਦੁਆਰਾ ਜਾਰੀ ਕੀਤੇ ਗਏ ਆਦੇਸ਼ਾਂ ਦੀ ਉਲੰਘਣਾ ਕਰਨ 'ਤੇ ਅਸੰਵਿਧਾਨਿਕ ਘੋਸ਼ਿਤ ਨਹੀਂ ਕਰ ਸਕੇਗੀ। ਸੋ ਕਹਿਣ ਤੋਂ ਭਾਵ ਹੈ ਵੀ ਨਿਆਂਪਾਲਿਕਾ ਜਿਹੜੀ ਸੁਤੰਤਰ ਅਤੇ ਨਿਰਪੱਖ ਹੋਣੀ ਚਾਹੀਦੀ ਤਾਂ ਕਿ ਦੇਸ਼ ਦੇ ਲੋਕਾਂ ਨੂੰ ਨਿਆਂ ਮਿਲ ਸਕੇ। ਸੋ ਇਹ ਬੱਚਿਓ ਅੱਜ ਦੀ ਡੇਲੀ ਡੋਜ਼ ਸੀ 3 ਅਕਤੂਬਰ ਦੀ 8ਵੀਂ ਕਲਾਸ ਦੀ ਇਸਤਰੀ ਅਤੇ ਸੁਧਾਰ ਪਾਠ ਦੇ ਨਾਲ ਸੰਬੰਧਿਤ ਸੀ। ਕੁਛ ਹੋਰ ਪ੍ਰਸ਼ਨ ਸੀ ਜਿਹੜੇ ਆਪਾਂ ਕੀਤੇ ਆ। ਆਸ ਹੈ ਕਿ ਤੁਹਾਨੂੰ ਸਮਝ ਲੱਗ ਗਏ ਹੋਣਗੇ। ਇਹਨਾਂ ਨੂੰ ਤੁਸੀਂ ਆਪਣੀ ਕਾਪੀ 'ਤੇ ਨੋਟ ਕਰ ਲੈਣਾ ਹੈ। ਧੰਨਵਾਦ।